ਕਿਹੜੇ ਬਲਬਲੇ ਨੇ ਜਿਹੜੇ ਤੁਹਾਨੂੰ ਖਿੱਚ ਕੇ ਲੈ ਆਏ ਨੇ ਇਸ ਮੋਰਚੇ ਦੇ ਵੱਲ? ਇਹ ਸਾਡੀ ਅਗਿਆਨਤਾ ਹੈ, ਅਸੀਂ ਆਪਸ ਦੇ ਵਿੱਚ ਲਾਮਬੰਦ ਨਹੀਂ ਹਾਂ। पता लगा कि आपका यहाँ एक दर्द है, आपके बच्चे नौजवान, आपकी नौजवान पीढ़ी जेलों में है। ਸਰਕਾਰਾਂ ਤਾਂ ਆਪਣੇ ਹੈ ਹੀ ਨਹੀਂ ਇੱਥੇ, ਇਹ ਤਾਂ ਨਾਮ ਦੀਆਂ ਸਰਕਾਰਾਂ ਨੇ। ਕਿੰਨਾ ਕੁ ਹੁਲਾਰਾ ਦੇਣ ਲਈ ਤਿਆਰ ਨੇ ਤੁਹਾਡੀ ਕਮਿਊਨਿਟੀ ਦੇ ਲੋਕ? ਸਤਿ ਸ਼੍ਰੀ ਅਕਾਲ ਦਾ ਟੀਵੀ NRI ਵੇਖ ਰਹੇ ਹੋ ਤੁਸੀਂ ਤੇ ਕੌਮੀ ਇਨਸਾਫ ਮੋਰਚੇ ਤੇ ਇਸ ਵੇਲੇ ਮੌਜੂਦ ਆ। ਇਹ ਮੋਰਚਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਸੰਗਤਾਂ ਦਾ ਇਕੱਠ ਲਗਾਤਾਰ ਇੱਥੇ ਵੱਧਦਾ ਜਾ ਰਿਹਾ ਹੈ। ਸੋ ਉੱਥੇ ਹੀ ਸਾਂਝੀਵਾਲਤਾ ਦੇ ਪ੍ਰਤੀਕ ਗੁਰੂ ਸਾਹਿਬ ਦੇ ਬੋਲ ਨੇ ਜਿਹੜੇ ਉਹਨਾਂ ਤੇ ਪੂਰਨੇ ਪਾਉਂਦੇ ਹੋਏ ਵੱਡੀ ਗਿਣਤੀ 'ਚ ਵੱਖ-ਵੱਖ ਜਿਹੜੀਆਂ ਧਰਮਾਂ ਦੇ ਨਾਲ ਸੰਬੰਧ ਰੱਖਦੇ ਲੋਕ ਨੇ ਉਹ ਪਹੁੰਚਦੇ ਨੇ, ਜਿਹੜੇ ਕਿ ਇਨਸਾਨੀਅਤ ਦੇ ਨਾਤੇ ਦਰਦ ਰੱਖਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਕੀ ਨਾਮ ਹੈ? ਮੇਰਾ ਨਾਮ ਮੁਹੰਮਦ ਜਮੀਲ ਜੀ, ਮਲੇਰਕੋਟਲੇ ਤੋਂ ਆਏ। ਜੀ ਮਲੇਰਕੋਟਲੇ ਤੋਂ ਮੁਹੰਮਦ ਜਮੀਲ ਜੀ ਆਏ ਨੇ, ਦਰਦ ਰੱਖਦੇ ਨੇ, ਇਸੇ ਲਈ ਆਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕਿਹੜੇ ਬਲਬਲੇ ਨੇ ਜਿਹੜੇ ਤੁਹਾਨੂੰ ਖਿੱਚ ਕੇ ਲੈ ਆਏ ਨੇ ਇਸ ਮੋਰਚੇ ਦੇ ਵੱਲ? ਕਿਉਂਕਿ ਕਹਿ ਸਕਦੇ ਹਾਂ, ਕਿਹਾ ਵੀ ਜਾਂਦਾ ਹੈ ਕਿ ਇੱਕ ਤਬਕੇ ਦਾ ਮੋਰਚਾ ਹੈ। ਨਹੀਂ, ਇਹ ਨਹੀਂ ਹੈ ਜੀ। ਦੇਖੋ, ਇਨਸਾਨੀਅਤ ਦੀ ਗੱਲ ਹੈ। ਇਨਸਾਨੀਅਤ ਦੇ ਨਾਤੇ ਹੀ ਹਰ ਬੰਦੇ ਦਾ ਫਰਜ਼ ਬਣਦਾ ਹੈ ਵੀ ਜੇ ਕਿਸੇ ਇੱਕ ਇਨਸਾਨ ਨੂੰ ਦਰਦ ਹੁੰਦਾ ਹੈ ਤਾਂ ਸਭ ਨੂੰ ਹੋਣਾ ਚਾਹੀਦਾ ਹੈ। ਜੇ ਆਪਾਂ ਇਨਸਾਨੀਅਤ ਬੰਨੀ ਹੋਈ ਹੈ ਇੱਕ ਉਹਦੇ 'ਚ ਧਾਗੇ 'ਚ, ਤੇ ਹੁਣ ਇਹ ਸਿੱਖ ਧਰਮ ਨਾਲ ਧੱਕਾ ਹੋ ਰਿਹਾ ਹੈ। ਬੰਦੀ ਸਿੰਘ ਨੇ ਸਾਲਾਂ ਤੋਂ ਦਹਾਕਿਆਂ ਤੋਂ ਜੇਲ੍ਹਾਂ 'ਚ ਬੈਠੇ ਨੇ, ਸਜ਼ਾਵਾਂ ਪੂਰੀਆਂ ਕਰ ਲਈਆਂ, ਕਿਉਂ ਨਹੀਂ ਛੱਡੇ ਜਾ ਰਹੇ? ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਸਰਕਾਰਾਂ ਪੋਲੀਟੀਕਲ ਜੋ ਲੀਡਰ ਨੇ ਆਪਦੇ ਮੋਟਿਵ ਵਾਸਤੇ ਉਹ ਉਹਨਾਂ ਨੂੰ ਮਤਲਬ ਉਲਝਾ ਰਹੇ ਨੇ। ਕਦੇ ਗਵਰਨਰ LG ਨੇ ਫਾਈਲ ਉਲਝਾਤੀ, ਗਵਰਨਰ ਨੇ ਉਲਝਾਤੀ, ਰਾਸ਼ਟਰਪਤੀ ਨੇ ਉਲਝਾਤੀ। ਦੇਖੋ, ਇਹ ਨਹੀਂ ਹੋਣਾ ਚਾਹੀਦਾ। ਕਾਨੂੰਨ ਸਭ ਵਾਸਤੇ ਇੱਕ ਚਾਹੀਦਾ ਹੈ ਜੀ। ਤੇ ਤੁਸੀਂ ਇਨਸਾਨੀਅਤ ਦੇ ਨਾਤੇ ਆਏ ਹੋ ਤੇ ਇਨਸਾਨ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ, ਧਰਮ ਸਭ ਸਾਰੇ ਬਾਅਦ 'ਚ? ਨਹੀਂ, ਸਭ ਤੋਂ ਪਹਿਲਾਂ ਇਨਸਾਨ ਹੋਣਾ ਚਾਹੀਦਾ ਬੰਦੇ ਨੂੰ। ਧਰਮ ਤਾਂ ਇੱਕ ਉਹ ਹੈ, ਪਰ ਇਨਸਾਨੀਅਤ ਜ਼ਰੂਰੀ ਹੈ। ਇਨਸਾਨੀਅਤ ਤੋਂ ਬਿਨਾਂ ਧਰਮ ਕੀ ਹੈ ਜੇ ਆਪਣੀ ਇਨਸਾਨੀਅਤ ਨਹੀਂ ਹੈ? ਜਿਹੜੀ ਪਾਟੋ ਧਾੜ ਕਰਨ ਦੀ ਰਾਜਨੀਤੀ ਹਮੇਸ਼ਾ ਚੱਲਦੀ ਰਹਿੰਦੀ ਹੈ ਭਾਰਤ ਦੇ ਵਿੱਚ, ਖਾਸ ਤੌਰ ਤੇ ਪਿਛਲੇ ਕੁਝ ਸਾਲਾਂ ਤੋਂ ਇਹ ਵਾਲਾ ਕੰਮ ਬਹੁਤ ਪ੍ਰਚਲਿਤ ਹੈ। ਹਿੰਦੂ ਨੂੰ ਸਿੱਖ ਨਾਲ, ਸਿੱਖ ਨੂੰ ਮੁਸਲਮਾਨ ਨਾਲ ਇਸ ਤਰ੍ਹਾਂ ਲੜਾ ਕੇ ਰੱਖਿਆ ਜਾਂਦਾ ਹੈ। ਫਿਰਕਾ ਪ੍ਰਸਤੀ ਦੀ ਸਾਰਾ ਕੰਮ ਚੱਲਦਾ ਹੈ। ਉਹਨੂੰ ਕਿਵੇਂ ਵੇਖਦੇ ਹੋ? ਉਹਨੂੰ ਕਿਵੇਂ ਇਸੇ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ? ਸਿੱਧੇ ਤਰੀਕੇ ਦੇ ਨਾਲ ਜਵਾਬ ਕਿਵੇਂ ਦਿੱਤਾ ਜਾਵੇ? ਜੀ ਬਿਲਕੁਲ। ਦੇਖੋ, ਇਹ ਸਾਡੀ ਅਗਿਆਨਤਾ ਹੈ, ਅਸੀਂ ਆਪਸ ਦੇ ਵਿੱਚ ਲਾਮਬੰਦ ਨਹੀਂ ਹਾਂ। ਉਹ ਲੋਕ ਫਾਇਦਾ ਉਠਾਉਂਦੇ ਨੇ ਇਸ ਚੀਜ਼ ਦਾ। ਧਰਮਾਂ ਦੇ ਨਾਂ 'ਤੇ ਹਿੰਦੁਸਤਾਨ ਦੇ ਵਿੱਚ ਧਾਰਮਿਕ ਸਿਆਸਤ ਚੱਲ ਰਹੀ ਹੈ। ਧਰਮ ਦੇ ਨਾਂ 'ਤੇ ਜਿਹਨੂੰ ਚਾਹੁੰਦੇ ਨੇ ਲੜਾ ਦਿੰਦੇ ਨੇ ਇੱਕ ਦੂਸਰੇ ਨਾਲ। ਇੱਦਾਂ ਦਾ ਕੁਝ ਨਹੀਂ ਹੈ। ਸਾਰੇ ਧਰਮਾਂ ਦੇ ਲੋਕ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ, ਇਕੱਠੇ ਰਹਿੰਦੇ ਨੇ ਮਿਲ ਕੇ, ਕੋਈ ਗੱਲਬਾਤ ਨਹੀਂ। ਬਸ ਜਦੋਂ ਵੋਟਾਂ ਦਾ ਟਾਈਮ ਆਉਂਦਾ ਇਹ ਲੋਕ ਇੱਦਾਂ ਦੇ ਪੱਤੇ ਖੇਡਦੇ ਨੇ, ਲੋਕਾਂ ਨੂੰ ਲੜਾ ਦਿੰਦੇ ਨੇ। ਬਾਕੀ ਉੱਦਾਂ ਦੀ ਕਿਸੇ ਦੇ ਵਿੱਚ ਕੋਈ ਕੁੜੱਤਣ ਨਹੀਂ ਹੈ ਕਿਸੇ ਧਰਮ ਦੇ ਵਿੱਚ। ਨਾ ਕੋਈ ਧਰਮ ਕਹਿੰਦਾ, ਕੋਈ ਧਰਮ ਕਿਸੇ ਦੂਸਰੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਹੈਗਾ। ਹਰ ਧਰਮ ਪਵਿੱਤਰ ਹੈ, ਵਧੀਆ ਆਪਣੇ ਆਪ ਦੇ ਵਿੱਚ। ਹਰ ਬੰਦੇ ਨੂੰ ਆਜ਼ਾਦੀ ਹੈ ਉਰੇ ਆਪਦਾ ਧਰਮ ਮੰਨਣ ਦੀ, होनी भी चाहिए है जी। भाई साहब, आपका नाम क्या है, कहाँ से आए? मेरा नाम स्वामी इंदर है, मैं किसान यूनियन का राष्ट्रीय उपाध्यक्ष हूँ और संयुक्त किसान मोर्चे का मैं मेंबर रहा हूँ। और लगातार 13 महीने हम लोगों ने दिल्ली के बॉर्डर पे हमने संघर्ष लड़ा जब फसल और नस्ल को बचाने की बात आई। और मैं पंजाब के लोगों का स्पेशल धन्यवाद करने आया हूँ कि आप लोगों ने जिस प्रकार से हमारे मोर्चे को सफल किया, गुरु का लंगर चलाकर जो लंगर की प्रथा में आप लोगों ने सिखाई, तो अब पता लगा कि आपका यहाँ एक दर्द है, आपके बच्चे नौजवान, आपकी नौजवान पीढ़ी जेलों में है। उस दर्द को समझते हुए मेरे राष्ट्रीय अध्यक्ष साबित मलिक जी ने कहा कि आप उनके बीच में जाएं, उनसे बात करें कि मामला क्या है। यहाँ आने के बाद मुझे जो उनका दर्द मालूम हुआ, उस विषय को लेकर यहाँ इनके साथ खड़ा हूँ। ਸੋ ਇੱਕ ਕਹਿ ਸਕਦੇ ਹਾਂ ਕਿ ਹਰਿਆਣਵੀ ਪੰਜਾਬੀ ਭਾਈ ਵਾਲਾ ਜਿਹੜਾ ਭਾਈਚਾਰਾ ਉਹ ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਪੱਕਾ ਹੋਇਆ। ਉਸ ਦੇ ਚੱਲਦਿਆਂ ਵੀ ਥੋੜੀ ਸਾਂਝ ਵਧੀ ਹੈ ਨਾ? बिल्कुल। देखो, ये जो बात हम कर रहे हैं एक सांझ की, वास्तव में सूबा पंजाब जो महाराणा रंजीत सिंह का था उसका हम हिस्सा थे। तो वो सियासत में बांटा, पर जो हमने मोर्चा मिलकर लड़ा और जो किसान और फसल नस्ल की जो मैंने आपको बात की उसको हमने जीता, तो इस सब्र के साथ जीता गया। इस मोर्चे में वही चीज़ मैं देख रहा हूँ कि यहाँ पे जो लोग बैठे हैं इन्होंने लीडर के नहीं बुलाया, किसी लीडर को नहीं बुलाया कि कोई बड़ा कौमी आगू आएगा या कोई कौमी बड़ा लीडर आएगा। नहीं, इन्होंने मुद्दों को पकड़ा जो किसान की और आज सिख समाज की जो बात है उसको पकड़ा कि सिखों के बच्चों के साथ इस देश के अंदर, आज़ाद भारत के अंदर दोहरी जो है राजनीति जो चल रही है या कानून का जो दोहरापन है वो कहाँ तक सही है। जब एक व्यक्ति की सज़ा पूरी होगी और एक व्यक्ति ने, एक सिख बच्चे ने धर्म के लिए अपनी बलिदान दे दी, अपने
प्राणों की आहुति तक दे डाली, वो आज जेलों में, उसकी सज़ा भी पूरी होगी, कानून ने अपना काम भी पूरा कर लिया, उसके बावजूद उसे भारत की जेलों में क्यों, जब हम आज़ाद हो चुके हैं? ये किसी ब्रिटिश का राज तो नहीं है, ये देश का राज है, देश का संविधान है। तो यहाँ संविधान के साथ छेड़छाड़ कर कर उन्हें कैसे अंदर रखा जा रहा है, इसके ऊपर ये लोग चर्चा कर रहे हैं। ये कोई किसी से झगड़ नहीं रहे, ये बैठे हैं, यहाँ आत्मचिंतन हो रहा है, उन सरकारों का भी चिंतन हो रहा है। जहाँ एक केंद्रीय सरकार जो साहिबजादा बाल दिवस के रूप में मनाया जा रहा है, जो साहिबजादा गुरु गोविंद सिंह जी के बेटे थे, उनके नाम पे दिवस मनाते हैं, उन्हीं के बच्चे जो सिख हैं वो देश के लिए और कौम के लिए मर मिटते हैं, उनके साथ वितकरा करते हैं, दो तरीके के साथ उनका व्यवहार करते, दोहरा व्यवहार करते हैं। उस व्यवहार के ऊपर चिंतन हो रहा है कि वो कहाँ तक केंद्र की सरकार सिखों के प्रति, इनकी ईमानदारी के प्रति वचनबद्ध है। मैं समझता हूँ कि ये बहुत बड़ा अन्याय है। आज इनकी रिहाई नहीं, इनसे सरकार को माफ़ी भी मांगनी चाहिए। ਇੱਕ ਵੋਟ ਬੈਂਕ ਦਾ ਰੋਲਾ ਬਹੁਤ ਕਿਹਾ ਜਾਂਦਾ ਹੈ ਕਿ ਇੱਕ ਤਬਕੇ ਨੂੰ ਵੱਡਾ ਵੋਟ ਬੈਂਕ ਹੈ ਜਿਹੜਾ, ਉਸ ਦੇ ਕਰਕੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਕਿ ਇੱਕ ਵੱਡਾ ਤਬਕਾ ਹੈ ਉਹਦੀ ਵੋਟ ਖਿਸਕ ਜਾਊ ਜੇ ਰਿਹਾ ਕਰਦੇ ਨੇ। मैं नहीं समझता कि भारत के लोग आपस में बटे हुए हैं और कोई ये चाहेगा कि सिख हमारा, जो जिसने देश की आज़ादी में सबसे बड़ा योगदान दिया, आज फांसी के फंदों पर अगर जो सबसे ज़्यादा जो आज़ादी के लिए चढ़े वो भगत सिंह हो या उनके वंशज हो, सबसे ज़्यादा अंडमान निकोबार की जेलों में उन्हीं के आपको नाम मिलेंगे शिलालेखों के ऊपर, उन दीवारों के ऊपर। सबसे ज़्यादा यातनाएं अगर किसी ने सही है आज़ादी के लिए, देश की आज़ादी के लिए, भारत को आज़ाद करने के लिए, वो सिखों ने सही है। इस बात को हम जुटला नहीं सकते, कोई इस बात को मना नहीं कर सकता सिखों का देश की आज़ादी में योगदान नहीं है, या आज सिख का बच्चा या सिख देश की उन्नति के लिए कार्य नहीं कर रहा। ये सबसे बड़े जो है देशभक्त हैं। ਭਾਈ ਸਾਹਿਬ, ਫਿਰਕਾ ਪ੍ਰਸਤੀ ਦਾ ਬੜਾ ਚੱਲਦਾ ਹੈ ਚੱਲਣ ਕਿ ਹਿੰਦੂ ਨੂੰ ਮੁਸਲਿਮ ਨਾਲ, ਮੁਸਲਿਮ ਨੂੰ ਕਿਸੇ ਹੋਰ ਤਬਕੇ ਦੇ ਨਾਲ ਲੜਾ ਦਿਓ, ਪਰ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰ ਕੇ ਇੱਥੇ ਖੜੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਇਹ ਫਿਰਕਾ ਪ੍ਰਸਤੀ ਔਰ ਦੂਸਰੇ ਧਰਮਾਂ ਨੂੰ ਆਪਸ ਦੇ ਵਿੱਚ ਲੜਾ ਕੇ ਹੀ ਸਰਕਾਰਾਂ ਆਪਸ ਦੇ ਵਿੱਚ ਰਾਜ ਕਰ ਸਕਦੀਆਂ ਨੇ, ਇਹੀ ਉਹਨਾਂ ਦਾ ਉਦੇਸ਼ ਆ। ਔਰ ਅਸੀਂ ਉਹਨਾਂ ਦੇ ਉਦੇਸ਼ ਦੇ ਉਲਟ ਚੱਲਣਾ, ਜਿਹੜਾ ਸਾਡੀ ਇਨਸਾਨੀਅਤ ਨੂੰ ਤਾਰ-ਤਾਰ ਕਰ ਰਹੀ ਆ, ਅਸੀਂ ਇਹੀ ਸਾਡਾ ਉਦੇਸ਼ ਆ, ਇਹੀ ਸਾਡਾ ਮੋਰਚਾ ਔਰ ਇਨਸਾਨੀਅਤ ਹੀ ਸਾਡਾ ਮੋਰਚਾ। ਇਸ ਲਈ ਸਾਨੂੰ ਕਿਸ ਹੱਦ ਤੱਕ ਵੀ ਜਾਣਾ ਪਵੇ, ਅਸੀਂ ਤਿਆਰ ਹਾਂ। ਜਦੋਂ ਗੁਰੂ ਸਾਹਿਬਾਨਾਂ ਦੇ ਸਮੇਂ ਦੀ ਗੱਲ ਕਰਦੇ ਹਾਂ, ਉਸ ਨੂੰ ਵੀ ਮੁਸਲਿਮ ਸਿੱਖ ਭਾਈਚਾਰਾ ਪ੍ਰਫੁੱਲਿਤ ਸੀ ਪੂਰੇ ਤਰੀਕੇ ਦੇ ਨਾਲ, ਗੁਰੂ ਸਾਹਿਬਾਨ ਜੀ ਦੇ ਨਾਲ ਮੁਸਲਿਮ ਭਾਈਚਾਰਾ ਸਹਿਮਤੀ ਰੱਖਦਾ ਸੀ, ਆਪਸ ਦੇ ਵਿੱਚ ਰਲ ਮਿਲ ਕੇ ਚੱਲਦੇ ਸੀ। ਉਸੇ ਦਾ ਸੰਦੇਸ਼ ਇੱਕ ਵਾਰ ਤੁਸੀਂ ਮੁੜ ਕੇ ਦੇ ਰਹੇ ਹੋ, ਮੋਰਚੇ ਦੇ ਵਿੱਚ ਆਏ ਹੋ, ਤੇ ਕਿੰਨਾ ਕੁ ਹੁਲਾਰਾ ਦੇਣ ਲਈ ਤਿਆਰ ਨੇ ਤੁਹਾਡੀ ਕਮਿਊਨਿਟੀ ਦੇ ਲੋਕ? ਕਿੰਨੇ ਕੁ ਕਹਿੰਦੇ ਨੇ ਕਿ ਹਾਂ ਠੀਕ ਹੈ, ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ? ਬਿਲਕੁਲ ਹੋਣੀ ਚਾਹੀਦੀ ਹੈ ਜੀ, ਬਿਨਾਂ ਸ਼ਰਤ ਹੋਣੀ ਚਾਹੀਦੀ ਹੈ। ਔਰ ਇਹਦੇ ਲਈ ਜੋ ਸਾਡੇ ਮਲੇਰਕੋਟਲਾ ਦੇ ਵਿੱਚੋਂ ਸਾਨੂੰ ਭੇਜਿਆ ਗਿਆ, ਇਹਦੇ ਲਈ ਅਸੀਂ ਆਪਣਾ ਇੱਕ ਟੈਂਟ ਲਗਾ ਕੇ ਆਪਣਾ ਇੱਥੇ ਲੰਗਰ ਵੀ ਸ਼ੁਰੂ ਕਰਾਂਗੇ। ਵੱਡਾ ਇਕੱਠ ਹੈ? ਹਾਂ, ਇੱਕ ਵੱਡਾ ਇਕੱਠ, ਜਿਹੜਾ ਕਿ ਜਦ ਤੱਕ ਇਹ ਮੋਰਚਾ ਚੱਲੂਗਾ, ਜਦ ਤੱਕ ਅਸੀਂ ਇਹਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਜਦੋਂ ਚੱਲਦੇ ਨੇ ਉਹ ਸ਼ਹੀਦੀ ਦਿਹਾੜੇ, ਉਸ ਸਮੇਂ ਲੰਗਰ ਲਗਾਇਆ ਜਾਂਦਾ, ਇੱਕ ਤਰ੍ਹਾਂ ਦੇ ਨਾਲ ਉਸੇ ਤਰ੍ਹਾਂ ਸਾਂਝ ਦਾ ਪ੍ਰਤੀਕ ਬਣੂਗਾ। ਹਾਂ, ਉਸੇ ਤਰ੍ਹਾਂ ਬਣੂਗਾ, ਬਿਲਕੁਲ ਜੀ। ਵਕੀਲ ਸਾਹਿਬ, ਇੱਕ ਵਾਰ ਤੁਸੀਂ ਦਾ ਪੇਚ ਦੱਸ ਦਿਓ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਦੇ ਅੰਦਰ ਇਸ ਤਰ੍ਹਾਂ ਡੱਕ ਕੇ ਰੱਖਣਾ ਕਿੰਨਾ ਕੁ ਖਤਰਨਾਕ ਜੁਰਮ ਹੈ ਜਿਹੜਾ ਕਿ ਸਰਕਾਰਾਂ ਕਰ ਰਹੀਆਂ ਨੇ? ਦੇਖੋ ਜੀ, ਸਰਕਾਰਾਂ ਤਾਂ ਆਪਣੇ ਹੈ ਹੀ ਨਹੀਂ ਇੱਥੇ, ਇਹ ਤਾਂ ਨਾਮ ਦੀਆਂ ਸਰਕਾਰਾਂ ਨੇ। ਸਰਕਾਰ ਦਾ ਕੰਮ ਹੁੰਦਾ ਹੈ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰਨਾ, ਐਜੂਕੇਸ਼ਨ 'ਤੇ ਕੰਮ ਕਰਨਾ, ਹੈਲਥ 'ਤੇ ਕੰਮ ਕਰਨਾ। ਜਿਹੜੇ ਕੰਮ ਨੇ ਇਹ ਤਾਂ ਸਰਕਾਰਾਂ ਆਪਣੀਆਂ ਧਿਆਨ ਇੱਧਰ ਲਾਇਆ ਹੋਇਆ ਵੀ ਅਸੀਂ ਵੋਟ ਕਿਵੇਂ ਬੰਨ੍ਹ ਕੇ ਰੱਖਣੀ ਹੈ, ਇਲੈਕਸ਼ਨ ਕਿਹੜਾ ਆ ਰਿਹਾ, ਸਟੇਟਾਂ 'ਚ ਇਲੈਕਸ਼ਨ ਕਦੋਂ ਆ ਰਿਹਾ, ਕਿਵੇਂ ਲੜਨਾ ਹੈ। ਸਰਕਾਰਾਂ ਦੇ ਇਹ ਕੰਮ ਥੋੜ੍ਹੀ ਨੇ। ਦੇਖੋ, ਜਾਂ ਕਾਨੂੰਨ ਦੇ ਮੁਤਾਬਕ ਕੋਈ ਵੀ ਬੰਦਾ ਹੈ, ਤੁਸੀਂ ਫੋਰਨ ਦੂਸਰੇ ਮੁਲਕਾਂ 'ਚ ਚਲੇ ਜਾਓ, ਅਮਰੀਕਾ ਇੰਗਲੈਂਡ ਦੇ ਵਿੱਚ ਚਲੇ ਜਾਓ, ਹਰ ਬੰਦੇ ਨੂੰ ਬਰਾਬਰ ਦਾ ਕਾਨੂੰਨ ਮਿਲਦਾ ਹੈ। ਕੋਈ ਵੀ ਮਤਲਬ ਕੋਈ ਕਿੱਡਾ ਵੀ ਅਮੀਰ ਆਦਮੀ ਹੈ, ਕੋਈ ਗਰੀਬ ਆਦਮੀ ਹੈ, ਕਾਨੂੰਨ ਸਭ ਵਾਸਤੇ ਬਰਾਬਰ ਕੰਮ ਕਰਦਾ ਹੈ। ਉੱਥੇ ਕਿਸੇ ਨਾਲ ਕੋਈ ਪਾਰਸ਼ੈਲਿਟੀ ਨਹੀਂ ਹੁੰਦੀ ਹੈਗੀ। ਆਪਣੇ ਮੁਲਕ ਦੇ ਵਿੱਚ ਇਹਨਾਂ ਨੇ ਸਰਕਾਰਾਂ ਨੇ ਇਹ ਏਜੰਡਾ ਬਣਾ ਲਿਆ ਵੀ ਬਸ ਇਸ ਤਰ੍ਹਾਂ ਚੱਲਦਾ ਹੈ ਵੀ ਇਸ ਤਰ੍ਹਾਂ ਲੋਕ ਭਾਵੁਕ ਹੋ ਜਾਂਦੇ ਨੇ, ਉਹਨਾਂ ਨੂੰ ਧਾਰਮਿਕ ਮੁੱਦਿਆਂ 'ਤੇ ਉਲਝਾਓ, ਕੋਈ ਡਿਵੈਲਪਮੈਂਟ ਕਰਨ ਦੀ ਲੋੜ ਨਹੀਂ ਹੈਗੀ। ਸਾਰੀਆਂ ਸਰਕਾਰਾਂ ਨੇ, ਪਾਰਟੀਆਂ ਨੂੰ ਇਹ ਬਸ ਠੀਕ ਲੱਗਣ ਲੱਗ ਗਿਆ ਮਾਮਲਾ। ਦੇਖੋ, ਬਿਲਕੁਲ ਗਲਤ ਹੈ ਇਹਨੂੰ ਰੱਖਣਾ। ਕੋਈ ਕਾਨੂੰਨ ਦੀ ਐਸਾ ਕਲਾਜ਼ ਨਹੀਂ ਹੈਗਾ ਜਿਹਦੇ ਮੁਤਾਬਕ ਉਹਨੂੰ ਅੰਦਰ ਰੱਖਿਆ ਜਾ ਸਕੇ। ਉਹ ਬਿਲਕੁਲ ਬਾਹਰ ਆਉਣਗੇ। ਬਸ ਸਿਰਫ ਕੌਮ ਦੇ ਲਾਮਬੰਦ ਹੋਣ ਦੀ ਦੇਰ ਸੀ, ਲਾਮਬੰਦ ਹੋ ਗਈ ਹੈ ਕੌਮ, ਮੋਰਚਾ ਲੱਗ ਗਿਆ। ਇਨਸ਼ਾਅੱਲਾ ਬਹੁਤ ਜਲਦ ਬੰਦੀ ਸਿੰਘ ਬਾਹਰ ਆਉਣਗੇ। ਜੀ,
ਬਹੁਤ ਬਹੁਤ ਧੰਨਵਾਦ। ਸੋ ਇਹ ਤਸਵੀਰਾਂ ਤੁਹਾਨੂੰ ਕੌਮੀ ਇਨਸਾਫ ਮੋਰਚੇ ਦੀਆਂ ਵਿਖਾ ਰਹੇ ਹਾਂ। ਜੁੜੇ ਰਹੋ ਦਾ ਟੀਵੀ NRI ਦੇ ਨਾਲ। ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI Marriage Bureau. Find your perfect human.